ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਵੀਰੋ ਤੇ ਭਰਾਓ, ਸੋਹਣਿਓ ਤੇ ਚੰਨ ਮੱਖਣੋ, ਬੁੱਢਿਓ ਤੇ ਜਵਾਨੋ, ਇਸ ਭਾਗ ਧਰਤੀ ਤੇ ਆਏ ਜ਼ਿੰਦਾ ਦਿਲ ਇਨਸਾਨੋ, ਤੁਹਾਨੂੰ ਸਾਰਿਆਂ ਨੂੰ ਤੁਹਾਡਾ ਆਪਣਾ ਭਰਾ ਫੈਜ਼ ਮੀਰਾ ਤੁਹਾਡੇ ਆਪਣੇ ਇਸ YouTube ਚੈਨਲ ਤੇ ਵੈਲਕਮ ਕਰਦਾ ਹੈ, ਜਿਹਦਾ ਨਾਮ ਹੈ ਪੈਸ਼ਨ ਟੂ ਪ੍ਰੋਫੈਸ਼ਨ। ਵੀਰੋ, ਇਸ ਚੈਨਲ ਤੇ ਅੱਜ ਸਾਡੀ ਇਹ ਪਹਿਲੀ ਵੀਡੀਓ, ਔਰ ਇਸ ਵੀਡੀਓ ਤੇ ਅਸੀਂ ਗੱਲ ਕਰਨੀ ਹੈ ਕਿ ਮੇਰੇ ਤੁਹਾਡੇ ਜੇ ਮਾੜੇ ਮਿਡਲ ਕਲਾਸ ਬੰਦੇ ਦੀ ਜ਼ਿੰਦਗੀ ਨੂੰ ਆਸਾਨ ਕਿਵੇਂ ਬਣਾਇਆ ਜਾ ਸਕਦਾ ਹੈ। ਦੂਸਰੇ ਨੰਬਰ ਤੇ ਅਮੀਰ ਬੰਦਾ ਬੁੱਢਾ ਕਿਉਂ ਨਹੀਂ ਐਡੀ ਜਲਦੀ ਹੁੰਦਾ, ਉਹਦੇ ਪਿੱਛੇ ਕੀ ਰਾਜ਼ ਹੈ, ਔਰ ਮਾੜਾ ਬੰਦਾ ਐਡੀ ਜਲਦੀ ਬੁੱਢਾ ਕਿਉਂ ਹੋ ਜਾਂਦਾ, ਉਹਦੀ ਕੀ ਵਜੂਹਾਤ ਨੇ। ਔਰ ਆਖਰ ਤੇ ਗੱਲ ਕਰਾਂਗੇ ਤੁਹਾਡੀ ਤੇ ਆਪਣੀ ਸਾਰੇ ਵੀਰਾਂ ਦੇ ਸ਼ੌਕਾਂ ਦੀ ਗੱਲ ਹੋਏਗੀ ਇਸ ਵੀਡੀਓ ਦੇ ਵਿੱਚ। ਵੀਰੋ, ਐਂਡ ਤੱਕ ਗੌਰ ਨਾਲ ਵੀਡੀਓ ਵੇਖਣੀ ਹੈ, ਕਿਉਂਕਿ ਐਂਡ ਤੱਕ ਵੇਖੋਗੇ ਤਾਂ ਤੁਹਾਨੂੰ ਗੱਲ ਦੀ ਸਮਝ ਆਉਣੀ ਹੈ। ਔਰ ਅਗਰ ਇਸ ਵੀਡੀਓ ਨੂੰ ਵੇਖ ਕੇ ਕਿਸੇ ਇੱਕ ਬੰਦੇ ਦੀ ਵੀ ਸੋਚ ਚੇਂਜ ਹੋ ਗਈ, ਜ਼ਿੰਦਗੀ ਆਸਾਨ ਹੋ ਗਈ, ਤੇ ਹੋ ਸਕਦਾ ਸਾਡੀ ਇਸ ਵੀਡੀਓ ਬਣਾਉਣ ਦਾ ਇੱਕ ਬੜਾ ਵੱਡਾ ਮਕਸਦ ਪੂਰਾ ਹੋ ਜਾਏ। ਸਿਆਣੇ ਕਹਿੰਦੇ ਨੇ ਕਿ ਕਿਸੇ ਦਾ ਮੂੰਹ ਲਾਲ ਵੇਖ ਕੇ ਨਾ ਤੇ ਚੰਡਾ ਮਾਰ ਕੇ ਆਪਣਾ ਮੂੰਹ ਲਾਲ ਨਹੀਂ ਕਰ ਲਈਦਾ। ਵਕਤੀ ਤੌਰ ਤੇ ਲਾਲ ਤੇ ਹੋ ਜਾਂਦਾ ਹੈ, ਪਰ ਉਹ ਚੰਡਾਂ ਦੀ ਪੀੜ ਵੀ ਤੁਹਾਨੂੰ ਆਪੇ ਹੀ ਸਹਿਣੀ ਪੈਂਦੀ ਹੈ। ਬਿਲਕੁਲ ਇਹ ਹੀ ਹਾਲ ਅੱਜ ਕੱਲ੍ਹ ਸਾਡਾ ਹੋਇਆ ਸਾਡੀ ਜ਼ਿੰਦਗੀਆਂ ਦਾ, ਕਿ ਇੱਕ ਮਾੜਾ ਬੰਦਾ ਜਿਹੜਾ ਸਾਰੀ ਜ਼ਿੰਦਗੀ ਆਪਣੀ ਖਵਾਹਿਸ਼ਾਤ ਮਾਰ ਕੇ ਮਿਹਨਤ ਮਜ਼ਦੂਰੀ ਕਰਦਾ ਹੈ, ਮਸ਼ੱਕਤਾਂ ਕਰਦਾ ਹੈ, ਔਰ ਆਪਣੇ ਖਾਨਦਾਨ ਦੀ ਜ਼ਰੂਰੀਅਤ ਨੂੰ ਪੂਰਾ ਕਰਦਾ ਹੈ, ਲੇਕਿਨ ਇਹ ਪੂਰਾ ਕਰਨ ਦੇ ਬਾਵਜੂਦ ਵੀ ਉਹ ਜ਼ਿਹਨੀ ਤੌਰ ਤੇ ਸਕੂਨ ਚ ਨਹੀਂ ਹੁੰਦਾ, ਮੁਤਮਿਨ ਨਹੀਂ ਹੁੰਦਾ। ਵਕਤੀ ਤੌਰ ਤੇ ਤੁਹਾਨੂੰ ਨਜ਼ਰ ਆਏਗਾ ਕਿ ਬੜਾ ਹੱਸਦਾ ਪਿਆ ਹੈ, ਬੜਾ ਸਕੂਨ ਦੇ ਵਿੱਚ, ਲੇਕਿਨ ਉਹਦੇ ਅੰਦਰ ਹਰ ਟਾਈਮ ਇੱਕ ਜੰਗ ਚੱਲਦੀ ਹੁੰਦੀ, ਜਿਹਦੇ ਨਾਲ ਉਹ ਹਰ ਵਕਤ ਕਹਿ ਲਓ ਕਿ ਲੜਦਾ ਰਹਿੰਦਾ ਹੈ, ਜੰਗ ਕਰਦਾ ਰਹਿੰਦਾ, ਔਰ ਇਹੋ ਹੀ ਚੀਜ਼ ਅੰਦਰੋਂ ਅੰਦਰ ਉਹਨੂੰ ਖਤਮ ਕਰਦੀ ਜਾਂਦੀ ਹੈ। ਉਹਦੀ ਵਜ੍ਹਾ ਕੀ ਹੈ ਕਿ ਉਹ ਜ਼ਿੰਦਗੀ ਨੂੰ ਗੁਜ਼ਾਰ ਰਿਹਾ ਹੁੰਦਾ, ਜ਼ਿੰਦਗੀ ਜੀ ਨਹੀਂ ਰਿਹਾ ਹੁੰਦਾ, ਔਰ ਇਹੀ ਵਜ੍ਹਾ ਉਹਨੂੰ ਆਹਿਸਤਾ ਆਹਿਸਤਾ ਜਿਹੜੀ ਬੁਢਾਪੇ ਵੱਲ ਲੈ ਜਾਂਦੀ ਹੈ। ਦੂਸਰੀ ਤਰਫ ਇੱਕ ਅਮੀਰ ਬੰਦਾ ਹੈ, ਉਹਨੂੰ ਤੁਸੀਂ ਵੇਖੋ, ਉਹ ਆਪਣੇ ਖਾਨਦਾਨ ਦੇ ਤਮਾਮ ਮਹਾਰਾਜਾਤ ਵੀ ਪੂਰੇ ਕਰ ਰਿਹਾ ਹੁੰਦਾ ਹੈ, ਆਪਣੀ ਜਨਾਬ ਖਵਾਹਿਸ਼ਾਤ ਵੀ ਪੂਰੀ ਕਰ ਰਿਹਾ ਹੁੰਦਾ ਹੈ, ਕਿ ਆਪਣੇ ਸ਼ੌਕ ਪੂਰੇ ਕਰ ਰਿਹਾ ਹੁੰਦਾ ਕਹਿ ਲਓ ਕਿ, ਜਿੱਥੋਂ ਉਹਨੂੰ ਮੈਂਟਲੀ ਤੌਰ ਤੇ ਪੂਰਾ ਸੈਟਿਸਫਾਈ ਹੁੰਦਾ ਹੈ, ਔਰ ਜ਼ਿਹਨੀ ਤੌਰ ਤੇ ਮੁਤਮਿਨ ਹੋਣ ਦੀ ਵਜ੍ਹਾ ਤੋਂ ਜਿਹੜਾ ਹੈ ਨਾ ਉਹ ਉਹਦੇ ਤੇ ਬੁਢਾਪਾ ਨਹੀਂ ਹੁੰਦਾ, ਕਿਉਂਕਿ ਜਦੋਂ ਬੰਦਾ ਜ਼ਿਹਨੀ ਤੌਰ ਤੇ ਮੁਤਮਿਨ ਹੁੰਦਾ, ਜਵਾਨ ਹੁੰਦਾ ਹੈ, ਤੇ ਉਹਦੇ ਜਿਸਮ ਤੇ ਕਦੇ ਵੀ ਬੁਢਾਪੇ ਦੇ ਆਸਾਰ ਐਡੀ ਜਲਦੀ ਨਮੂਦਾਰ ਨਹੀਂ ਹੁੰਦੇ। ਨਤੀਜਾ ਕੀ ਨਿਕਲਦਾ ਹੈ ਕਿ ਬੰਦਾ ਮੈਂਟਲੀ ਤੌਰ ਤੇ ਸੈਟਿਸਫਾਈ ਏ, ਤੇ ਉਹ ਜਨਾਬ ਜਿਸਮਾਨੀ ਤੌਰ ਤੇ ਵੀ ਸੈਟਿਸਫਾਈ ਰਹਿੰਦਾ, ਬੁੱਢਾ ਨਹੀਂ ਹੁੰਦਾ। ਹੁਣ ਇੱਥੇ ਬੜੇ ਸਾਰੇ ਭਰਾਵਾਂ ਦੇ ਸਵਾਲ ਹੋਣਗੇ ਕਿ ਲਓ ਜੀ, ਉਹਦੇ ਕੋਲ ਤਾਂ ਰੁਪਈਆ ਹੈ ਸੀ, ਅਮੀਰ ਬੰਦੇ ਕੋਲ, ਉਹਨੇ ਤਾਂ ਸਾਰਾ ਕੁਝ ਕਰ ਲਿਆ, ਤਾਂ ਮਾੜਾ ਬੰਦਾ ਕਿੱਥੋਂ ਕਰੇ। ਬਿਲਕੁਲ ਸਹੀ ਗੱਲ ਹੈ, ਮਾੜਾ ਬੰਦਾ ਕਿੱਥੋਂ ਕਰੇ। ਇਹਦੇ ਤੇ ਕੋਈ ਸ਼ੱਕ ਨਹੀਂ ਕਿ ਹਰ ਬੰਦਾ, ਹਰ ਇਨਸਾਨ ਜਿਹੜਾ ਉਹ ਸ਼ੌਕ ਮੁਖਤਲਿਫ ਕਿਸਮ ਦੇ ਸ਼ੌਕ ਰੱਖਦਾ ਹੈ, ਲੇਕਿਨ ਕਿਉਂਕਿ ਮੈਂ ਪੰਜਾਬੀ ਹਾਂ, ਉਦੋਂ ਹੀ ਪੰਜਾਬੀ ਜੱਟ ਹਾਂ, ਪੰਜਾਬ ਦੇ ਰਹਿਣ ਵਾਲੇ ਹਾਂ, ਤੇ ਮੈਂ ਇਸੇ ਨਜ਼ਰੀਏ ਨਾਲ ਗੱਲ ਕਰਾਂਗਾ ਕਿ ਵੇਖੋ, ਕਹਿੰਦੇ ਨੇ ਕਿ ਬੰਦਾ ਹੋਵੇ ਪੰਜਾਬੀ ਤੇ ਉਹਨੂੰ ਸ਼ੌਕ ਨਾ ਹੋਏ, ਉਹ ਸ਼ੌਕੀਨ ਨਾ ਹੋਏ, ਇਹ ਹੋ ਨਹੀਂ ਸਕਦਾ। ਬਿਲਕੁਲ ਇਸੇ ਤਰ੍ਹਾਂ ਵੇਖੋ, ਤੁਸੀਂ ਆਪਣੇ ਅੰਦਰ ਝਾਂਕੋ, ਆਪਣੇ ਅੰਦਰ ਝਾਤੀ ਮਾਰੋ, ਤੁਹਾਨੂੰ ਵੀ ਬੜੇ ਸਾਰੇ ਸ਼ੌਕ ਹੋਣਗੇ, ਬੜੇ ਸਾਰੇ ਸ਼ੌਕ ਮਾਰ ਕੇ ਤੁਸੀਂ ਅੱਗੇ ਇੱਥੇ ਆਏ ਹੋ, ਅੱਗੇ ਤੱਕ ਕੱਪੜੇ ਹੋਵੋਗੇ। ਉਹਦੇ ਵਿੱਚ ਵੇਖੋ ਕਿ ਬੜੇ ਸਾਰੇ ਸ਼ੌਕਾਂ 'ਚ ਇੰਝ ਦਾ ਕੋਈ ਸ਼ੌਕ ਢੂੰਡੋ ਕਿ ਜਿਹੜਾ ਤੁਹਾਨੂੰ ਸੈਟਿਸਫਾਈ ਵੀ ਕਰੇ, ਜਿੱਥੇ ਇੰਝ ਦਾ ਕੰਮ ਹੋਇਆ, ਜਿੱਦਾਂ ਸ਼ੌਕ ਹੋਏਗਾ ਜਿਹੜਾ ਤੁਸੀਂ ਪੂਰਾ ਕਰਦੇ ਆ, ਤੁਹਾਨੂੰ ਜ਼ਿਹਨੀ ਤੌਰ ਤੇ ਸਕੂਨ ਵੀ ਮਹਿਸੂਸ ਹੋਏ, ਔਰ ਉਹਦੇ ਤੇ ਇੱਕ ਵਕਤ ਤੱਕ ਜਾ ਕੇ ਤੁਹਾਨੂੰ ਉਹ ਫਾਈਨੈਂਸ਼ਲੀ ਤੌਰ ਤੇ ਵੀ ਸਪੋਰਟ ਕਰ ਸਕੇ। ਫਾਰ ਐਗਜ਼ਾਮਪਲ, ਬੜਿਆਂ ਸਾਰਿਆਂ ਬੰਦਿਆਂ ਨੂੰ ਜਾਨਵਰਾਂ ਦੇ ਸ਼ੌਕ ਹੁੰਦੇ ਨੇ, ਪਰਿੰਦਿਆਂ ਦੇ ਸ਼ੌਕ ਹੁੰਦੇ ਨੇ, ਉਹ ਚੀਜ਼ਾਂ ਦੇਖ ਲਓ। ਕੁਛ ਨਹੀਂ, ਫਾਰ ਐਗਜ਼ਾਮਪਲ ਮੈਂ ਆਪਣੀ ਗੱਲ ਤੁਹਾਨੂੰ ਦੱਸਦਾ, ਹੁਣ ਮੈਂ ਮਤਲਬ ਮੈਨੂੰ ਬਚਪਨ ਤੋਂ ਬੱਕਰੀ ਪਾਲਣ ਦਾ ਬੜਾ ਸ਼ੌਕ ਸੀ, ਜਾਨਵਰਾਂ ਦਾ ਬੜਾ ਸ਼ੌਕ ਸੀ, ਖਾਸ ਤੌਰ ਤੇ ਬੱਕਰੀ ਨਾਲ ਬੜਾ ਲਗਾਓ ਸੀ, ਠੀਕ ਹੈ। ਉਹਦੇ ਵਿੱਚ ਇੱਕ ਵਜ੍ਹਾ ਇਹ ਵੀ ਸੀ ਕਿ ਬੱਕਰੀ ਪਾਲਣਾ ਵੀ ਕਿਸੇ ਹੱਦ ਤੱਕ ਸਵਾਬ ਹੈ, ਆਪ ਸਸਨ ਦੀ ਸੁਨਨਤ ਵੀ ਹੈ, ਸਵਾਬ ਦਾ ਕੰਮ ਵੀ ਹੈ, ਠੀਕ ਹੈ, ਬਰਕਤ ਵੀ ਅੱਲਾ ਨੇ ਜੀ ਬਹੁਤ ਜ਼ਿਆਦਾ ਰੱਖੀ ਹੋਈ ਹੈ। ਮੈਂ ਹੁਣ ਆਹਿਸਤਾ ਆਹਿਸਤਾ ਬੱਕਰੀ ਪਾਲਦਾ ਪਾਲਦਾ ਉਹਨੂੰ ਸ਼ੌਕ ਤੇ ਸਟਾਰਟ ਕੀਤਾ, ਲੇਕਿਨ ਹੁਣ ਮੈਂ ਉਹਨੂੰ ਆਪਣਾ ਕਾਰੋਬਾਰ ਵੀ ਬਣਾ ਚੁੱਕਿਆ। ਜਦੋਂ ਮੇਰੇ ਕੋਲ ਹੁੰਦੀਆਂ ਨੇ ਮੈਂ ਵੇਚਦਾ ਵੀ ਹਾਂ, ਇਹਦੇ 'ਚ ਬੜੀਆਂ ਸਾਰੀਆਂ ਮੈਂ ਸੇਲ ਵੀ ਕੀਤੀਆਂ ਨੇ, ਆਹਿਸਤਾ ਆਹਿਸਤਾ ਮੈਂ ਸਲੋ ਉਸ ਪਾਸੇ ਟੁਰ ਰਿਹਾ ਵਾਂ। ਇੱਕ ਟਾਈਮ ਆਉਣਾ ਹੈ ਕਿ ਮੈਂ ਜਿੰਨੀ ਮਿਹਨਤ ਮਜ਼ਦੂਰੀ ਬਗਾਨੀ ਕਰ ਰਿਹਾ, ਅੱਲਾ ਦੀ ਮਿਹਰਬਾਨੀ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਉਹ ਛੱਡ ਕੇ ਬਿਲਕੁਲ ਇੱਧਰ ਆ ਜਾਣਾ। ਤੇ ਉਹ ਕਹਿੰਦੇ ਨੇ ਨਾ ਕਿ ਜਦੋਂ ਬੰਦੇ ਦਾ ਸ਼ੌਕ ਹੀ ਉਹਦਾ ਪੇਸ਼ਾ ਬਣ ਜਾਂਦਾ ਨਾ, ਤੇ ਉਹਦੀ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਹੈ, ਬੜਾ ਸਕੂਨ ਜਿਹਾ ਆ ਜਾਂਦਾ। ਤੇ ਇਹੋ ਹੀ ਚੀਜ਼ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਕਿ ਕੋਸ਼ਿਸ਼ ਕਰੋ ਕਿ ਬਗਾਨੀਆਂ ਮਜ਼ਦੂਰੀਆਂ ਮਸ਼ੱਕਤਾਂ ਕਰੋ, ਲੇਕਿਨ ਕਰਨ ਦੇ ਨਾਲ ਨਾਲ ਆਪਣੇ ਅੰਦਰ ਕੋਈ ਇੰਝ ਦਾ ਸ਼ੌਕ ਢੂੰਡੋ ਕਿ ਜਿਹੜਾ ਹੈ ਇਹ ਤੁਸੀਂ ਪੂਰਾ ਕਰ ਸਕਦੇ ਹੋ। ਉਹਨੂੰ ਵਕਤੀ ਤੌਰ ਤੇ ਐਜ਼ ਆ ਸ਼ੌਕ ਸ਼ੁਰੂ ਕਰੋ, ਛੋਟੇ ਜਿਹੇ ਲੈਵਲ ਤੇ ਸ਼ੁਰੂ ਕਰੋ, ਉਹਨੂੰ ਆਹਿਸਤਾ 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 ਇੰਝ ਵੀ ਤਾਂ ਯਾਰ ਜ਼ਿੰਦਗੀ ਇੰਨੀ ਗੁਜ਼ਰ ਹੀ ਰਹੀ ਹੈ ਨਾ ਮੁਸ਼ਕਲਾਂ ਦੇ ਵਿੱਚ, ਜ਼ਿੰਮੇਦਾਰੀਆਂ ਦੇ ਵੀ ਥੋੜ੍ਹੀ ਜਿਹੀ ਹੋਰ ਜ਼ਿੰਮੇਦਾਰੀ ਵੱਧ ਜਾਏਗੀ। ਉਹਨੂੰ ਸਵੇਰੇ ਕੋ ਬੰਦਾ ਥੋੜ੍ਹਾ ਜਿਹਾ ਘੰਟਾ ਇੱਕ, ਸ਼ਾਮ ਨੂੰ ਘੰਟਾ ਇੱਕ ਟਾਈਮ ਕੱਢ ਕੇ ਉਹਨੂੰ ਟਾਈਮ ਦੇ, ਉਹਦੇ ਨਾਲ ਕੀ ਹੋਏਗਾ, ਤੁਹਾਡੀ ਸਾਰੀ ਦਿਹਾੜੀ ਦੀ ਜਿੰਨੀ ਥਕਾਵਟ ਹੈ, ਜਿੰਨੀ ਟੈਨਸ਼ਨ ਹੈ, ਸਿਰ ਦਰਦ, ਸਾਰੀ ਉੱਥੇ ਆ ਕੇ ਬੰਦੇ ਦੀ ਖਤਮ ਹੋ ਜਾਂਦੀ, ਜ਼ਿਹਨੀ ਤੌਰ ਤੇ ਬੰਦਾ ਮੁਤਮਿਨ ਹੋ ਜਾਂਦਾ, ਠੀਕ ਹੈ। ਆਹਿਸਤਾ ਆਹਿਸਤਾ 2-4 ਸਾਲ ਗੁਜ਼ਰਨ ਤੋਂ ਬਾਅਦ ਅੱਲਾ ਪਾਕ ਉਹਦੇ 'ਚ ਬਰਕਤ ਪਾਏ, ਉਹ